ਮਾਨ ਮਰਿਆਦਾ ਦੀ ਗੱਲ ਹੈ। ਲੋਕਾਂ ਤੋਂ ਵੱਖਰੇ ਕਿਉਂ ਹੋਣਾ? ਬਸ ਟੋਰ ਦਿਖਾਉਣ ਦੇ ਲਈ? ਨਹੀਂ ਤੁਹਾਡੇ ਵਿਧਾਇਕ ਤੁਹਾਡੇ ਕੋਲ ਲੈ ਆਇਆ ਵਾਂ ਸਿੱਧਾ, ਤੁਹਾਡਾ ਕਰਜ਼ਾ ਮਾਫ ਹੋਇਆ? ਅੱਛਾ, ਤੁਹਾਡਾ ਹੋਇਆ ਮਾਫ? ਨਹੀਂ, ਸਾਰਾ ਨਹੀਂ, ਸੁਸਾਇਟੀਆਂ ਦਾ ਕਰਜ਼ਾ ਮਾਫ ਕੀਤਾ ਸਰਕਾਰ ਨੇ। ਚੰਗੇ ਬੰਦਿਆਂ ਦਾ ਹੋ ਗਿਆ, ਜਿਹੜੇ ਗਰੀਬ ਰਹਿ ਗਏ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੰਕਜ ਕਪਾਹੀ ਔਰ ਏਜੰਡਾ ਪੰਜਾਬ ਦੇ ਵਿੱਚ ਅੱਜ ਖਾਸ ਮਹਿਮਾਨ ਜੁੜੇ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ। ਸਰਕਾਰੀਆ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਜੀ। ਨਿਊਜ਼ 18 ਦੇ ਦਰਸ਼ਕਾਂ ਨੂੰ ਮੈਂ ਵੀ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ, ਫਤਿਹ ਬੁਲਾਉਣਾ। ਸਰਕਾਰੀਆ ਸਾਹਿਬ, ਸਰਕਾਰ ਦੇ ਸਭ ਤੋਂ ਅਹਿਮ ਮਹਿਕਮੇ ਜਿਹੜੇ ਨੇ ਉਹ ਤੁਹਾਡੇ ਕੋਲ ਨੇ। ਅਗਰ ਮੈਂ 4 ਸਾਲ ਦੀ ਗੱਲ ਕਰਾਂ ਤਾਂ 4 ਸਾਲਾਂ ਦੇ ਵਿੱਚ ਜਿਹੜੇ ਲੋਕ ਬੇਘਰ ਨੇ, ਕਿੰਨੇ ਲੋਕਾਂ ਨੂੰ ਉਹਨਾਂ ਦੀ ਛੱਤ ਦਿੱਤੀ ਗਈ ਹੈ? ਦੇਖੋ ਜੀ, ਸਾਡੀ ਸਰਕਾਰ ਜਦੋਂ ਬਣੀ ਸੀ, ਸਾਡੀ ਮਨਸਾ ਵੀ ਇਹ ਸੀਗੀ, ਪਰ ਸਮੇਂ ਦੇ ਨਾਲ ਨਾਲ ਕੰਮ ਕੀਤੇ ਜਾਂਦੇ ਨੇ। ਸ਼ੁਰੂ 'ਚ ਹੀ ਪਟਿਆਲਾ ਜ਼ਿਲ੍ਹਾ 'ਚ ਮੇਰੇ ਇਸ ਡਿਪਾਰਟਮੈਂਟ ਨੇ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਨੇ, ਕੋਈ 3 ਮੰਜ਼ਲਾ ਜਿਹੜੇ ਫਲੈਟ ਬਣਾਏ ਸੀ। 170 ਉਹਦੇ 'ਚ ਫਲੈਟ ਸੀਗੇ, ਔਰ ਜਿਹੜੇ ਲੋਕਾਂ ਦੀ ਆਮਦਨ 3 ਲੱਖ ਤੋਂ ਘੱਟ ਸੀਗੀ, ਉਹਨਾਂ ਲੋਕਾਂ ਨੂੰ ਇਹ ਪਲਾਟ ਜਿਹੜੇ ਦਿੱਤੇ ਜਾਣੇ ਸੀ ਫਲੈਟ ਬਣਾ ਕੇ, ਔਰ ਉਹ ਤਕਰੀਬਨ 124 ਲੋਕਾਂ ਨੂੰ ਅਸੀਂ ਦੇ ਚੁੱਕੇ ਹਾਂ। ਸਿਰਫ 124 ਲੋਕਾਂ ਨੂੰ? ਕਿਉਂਕਿ 2017 ਤੋਂ ਪਹਿਲਾਂ ਕਿਹਾ ਗਿਆ ਸੀਗਾ ਗਰੀਬ ਲੋਕਾਂ ਦੀ ਘਰਾਂ ਤੇ ਛੱਤ ਹੋਏਗੀ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਆਖਿਆ ਕਿ ਸਮੇਂ-ਸਮੇਂ ਦੇ ਨਾਲ ਹੀ ਕਈ ਚੀਜ਼ਾਂ 'ਚ ਕਈ ਮੁਸ਼ਕਲਾਂ ਵੀ ਆਉਂਦੀਆਂ। ਅਸੀਂ ਹੁਣ ਜਿਹੜੀ EWS ਇਕਨੋਮਿਕਲ ਵੀਕਰ ਸੈਕਸ਼ਨ ਜਿਹਨੂੰ ਕਹਿ ਦਿੰਦੇ ਆ, ਇਹ ਪਾਲਿਸੀ ਲੈ ਕੇ ਆਏ ਆ, ਹੁਣੇ ਹੀ ਕੈਬਨਿਟ ਦੇ ਵਿੱਚ ਮਨਜ਼ੂਰ ਕੀਤੀ ਆ, ਔਰ ਇਸ ਸਾਲ 'ਚ ਅਸੀਂ 25,000 ਲੋਕਾਂ ਨੂੰ ਜਿਹੜੀ ਛੱਤ ਜਿਹੜੀ ਆ ਉਹਦਾ ਆਪਣਾ ਪ੍ਰੋਗਰਾਮ ਬਣਾਇਆ ਜਿਨ੍ਹਾਂ ਨੂੰ ਦਿੱਤੀ ਜਾਊਗੀ। ਔਰ ਉਹ ਪਾਲਿਸੀ ਦੇ ਵਿੱਚ ਪ੍ਰਾਈਵੇਟ ਲੋਕ ਵੀ ਇਹ ਬਣਾਉਣਗੇ। ਔਰ EWS ਦੇ ਵਿੱਚ ਅਸੀਂ ਜਿਹੜਾ ਪ੍ਰੋਜੈਕਟ, ਸਾਡੇ ਮੈਗਾ ਪ੍ਰੋਜੈਕਟ ਆਏ ਸੀ, ਉਹਦੇ 'ਚ 5 ਏਕੜ ਜਿਹੜੀ ਜ਼ਮੀਨ ਸੀ ਉਹ ਰਿਜ਼ਰਵ ਕੀਤੀ ਸੀ ਕਿ ਇਕਨੋਮਿਕਲ ਵੀਕਰ ਸੈਕਸ਼ਨ ਨੂੰ ਬਣਾ ਕੇ ਦੇਣੀ ਆ। ਪਰ ਉਹ ਜਿਹੜੇ ਲੋਕਾਂ ਦੇ ਮੈਗਾ ਪ੍ਰੋਜੈਕਟ ਸੀਗੇ, ਉਹਨਾਂ ਦੀਆਂ ਕਈ ਲਿਟੀਗੇਸ਼ਨਾਂ ਚੱਲਦੀਆਂ ਰਹੀਆਂ, ਔਰ ਹੁਣ ਅਸੀਂ ਜਾ ਕੇ ਉਹਦੇ 'ਚ ਕਾਮਯਾਬ ਹੋਏ ਹਾਂ, ਔਰ ਉਹ ਵੀ ਜਗ੍ਹਾ ਸਾਨੂੰ ਉਹ ਪ੍ਰੋਵਾਈਡ ਕਰ ਰਹੇ ਆ, ਔਰ ਉਹਦੇ 'ਚ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਲਈ ਅਸੀਂ ਜਿਹੜੇ ਬਣਾ ਕੇ ਦੇਣੇ। ਹੋ ਸਕਦਾ ਅਸੀਂ 25,000 ਤੋਂ ਵੱਧ ਤੇ ਵੀ ਚਲੇ ਜਾਈਏ। ਕਿਉਂਕਿ ਮਹਿੰਗਾਈ ਦਾ ਦੌਰ ਹੈ, ਕੋਵਿਡ ਚੱਲ ਰਿਹਾ ਹੈ, ਔਰ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ। ਇਸ ਟਾਈਮ ਦੇ ਵਿੱਚ ਕੋਈ ਪਾਲਿਸੀ ਤੁਸੀਂ ਤਿਆਰ ਕੀਤੀ ਹੈ ਕਿ ਜਿਹੜੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ, ਆਰਥਿਕ ਤੌਰ ਤੇ ਪਿਛੋਕੜ ਉਹਨਾਂ ਦਾ ਕਾਫੀ ਜ਼ਿਆਦਾ ਕਮਜ਼ੋਰ ਹੋਏ ਨੇ, ਉਹਨਾਂ ਦੇ ਲਈ ਹੁਣ ਸਰਕਾਰ ਜਿਹੜੀ ਉਹ ਕਦਮ ਚੁੱਕੇਗੀ, ਅਗਲੇ 1 ਸਾਲ ਦੇ ਵਿੱਚ ਕਦਮ ਚੁੱਕੇਗੀ? ਤੁਸੀਂ ਕਹਿ ਰਹੇ ਹੋ ਪਾਲਿਸੀ ਵੀ ਲਿਆਂਦੀ ਗਈ। ਮੈਂ ਤੁਹਾਨੂੰ ਦੱਸਿਆ ਜੀ, ਇਕਨੋਮਿਕਲ ਵੀਕਰ ਸੈਕਸ਼ਨ ਦੇ ਲਈ ਉਹ ਵੇਖੋ, ਅੱਜ ਲੋਕ ਜਿਹੜੇ ਆ ਨੌਕਰੀਆਂ ਕਰਦੇ ਜਾਂ ਗਰੀਬ ਲੋਕ ਨੇ, ਉਹ ਕਿਰਾਇਆਂ ਤੇ ਰਹਿ ਰਹੇ ਆ, ਔਰ ਅਸੀਂ ਜਿਹੜੇ ਸਾਡੇ ਕੋਲ ਕੰਪਨੀਆਂ ਵੀ ਆਈਆਂ, ਅਸੀਂ ਸਾਰਾ ਉਹਨਾਂ ਨਾਲ ਚੈੱਕ ਕਰਕੇ ਅਸੀਂ ਏਕੜ ਦੇ ਵਿੱਚ 90 ਏਕੜ ਦੇ ਵਿੱਚ ਜਿਹੜੇ ਅਸੀਂ ਅਲਾਉ ਕੀਤੇ ਆ ਹੁਣ ਜਿਹੜੇ ਫਲੈਟ ਨਵੇਂ ਬਣਨੇ ਆ, ਤਾਂ ਕਿ ਉਹ ਲੋਕ ਵੀ ਜਿਹੜੇ ਗਰੀਬ ਲੋਕ ਉੱਥੇ ਰਹਿਣਗੇ, ਉਹਨਾਂ ਨੂੰ ਵੀ ਇਹ ਮਹਿਸੂਸ ਹੋਵੇ ਕਿ ਸਾਡਾ ਘਰ ਚੰਗਾ, ਇੱਥੇ ਹਵਾ ਪਾਣੀ ਚੰਗਾ ਆਉਂਦਾ। ਇਹ ਨਹੀਂ ਕਿ ਅਸੀਂ 1 ਏਕੜ ਦੇ ਵਿੱਚ 300 ਕਰ ਦਿੰਦੇ, 400 ਏਕੜ ਕਰ ਦਿੰਦੇ, ਆਪਣੀ ਕਾਰਵਾਈ ਪੂਰੀ ਕਰੇ। ਬੜੇ ਵਧੀਆ ਉਹਨਾਂ ਨੂੰ ਬਣਾ ਕੇ ਦੇਵਾਂਗੇ। ਇੱਕ ਸ਼ਹਿਰੀ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਕੋਈ ਕਦਮ ਚੁੱਕੇ ਜਾ ਰਹੇ? ਕਿਉਂਕਿ ਤੁਹਾਡੀ ਮਹਿਕਮੇ ਦੇ ਨਾਲ ਨਾਲ ਲੋਕਲ ਬੋਡੀ ਮਹਿਕਮਾ, 2 ਮਹਿਕਮੇ ਅਗਰ ਜੁੜਨ ਤਾਂ ਕੇਂਦਰ ਸਰਕਾਰ ਨੇ ਇੱਕ ਪਾਲਿਸੀ ਲਿਆਂਦੀ ਸੀ, ਸਮਾਰਟ ਸਿਟੀ। ਜਲੰਧਰ ਰੱਖਿਆ ਗਿਆ, ਲੁਧਿਆਣਾ ਰੱਖਿਆ ਗਿਆ, ਕੁਛ ਉਸ ਦੇ ਲਈ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ? ਕਿਉਂਕਿ ਜ਼ਿਆਦਾ ਸਿਟੀ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਪੈਸੇ ਨਹੀਂ ਸੂਬਿਆਂ ਨੂੰ ਦਿੱਤੇ ਜਾ ਰਹੇ, ਔਰ ਸਮਾਰਟ ਸਿਟੀ ਨਾਮ ਹੀ ਰੱਖਿਆ ਗਿਆ, ਸਮਾਰਟ ਹੋ ਨਹੀਂ ਪਾਏ ਸ਼ਹਿਰ। ਦੇਖੋ, ਉਹ ਲੋਕਲ ਬੋਡੀ ਦਾ ਕੰਮ ਹੈ, ਉਹ ਕਰ ਰਹੇ ਆ। ਜਿੱਥੋਂ ਤੱਕ ਸਾਡਾ ਆਪਣਾ ਸਵਾਲ ਆ, ਇਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸੈਂਟਰ ਸਾਨੂੰ ਤੰਗੀ ਵੀ ਦੇ ਰਿਹਾ। ਸਾਡੇ ਜਿਹੜੇ ਈਵਨ GST ਦੇ ਉਹ ਕਿੰਨਾ ਚਿਰ ਰੋਕ ਕੇ ਰੱਖਦੇ ਆ, ਪਰ ਉਹਦੇ ਬਾਵਜੂਦ ਵੀ ਮੁੱਖ ਮੰਤਰੀ ਸਾਹਿਬ ਨੇ ਬੜੇ ਧਿਆਨ ਦਿੱਤਾ ਇਸ ਬਾਰੇ, ਔਰ ਸਾਡੇ ਮਹਿਕਮੇ ਨੇ ਵੀ ਇਸ ਚੀਜ਼ ਨੂੰ ਵੇਖਿਆ, ਔਰ ਅਸੀਂ 3 ਜਗ੍ਹਾ 'ਤੇ ਹੁਣ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਆ। 1100 ਏਕੜ ਦੇ ਕਰੀਬ ਰਾਜਪੁਰੇ, ਔਰ ਲੁਧਿਆਣਾ 'ਚ ਕੁੰਭ ਕਲਾ, ਉੱਥੇ 1000 ਏਕੜ, ਔਰ ਇਸ ਤਰ੍ਹਾਂ 1500 ਏਕੜ ਜਿਹੜਾ ਆ ਉਹ ਸਾਡਾ ਬਿਜਲੀ ਬੋਰਡ ਦੇ ਕੋਲ ਸੀਗਾ ਬਠਿੰਡੇ ਦੇ ਵਿੱਚ। ਇਹਨਾਂ ਥਾਵਾਂ ਦੇ ਵਿੱਚ ਨਵੀਆਂ ਜਿਹੜੀਆਂ ਪਾਲਿਸੀਆਂ, ਜਿਹੜੀਆਂ ਸਰਕਾਰ ਦੀ ਇੰਡਸਟਰੀ ਵੀ ਆਊਗੀ, ਸਾਰਾ ਉਹਦੇ ਨਾਲ ਸ਼ਹਿਰੀ ਵਿਕਾਸ ਜਿਹੜਾ ਚੰਗਾ ਹੋਏਗਾ। ਕਿਉਂਕਿ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਮੋਹਾਲੀ ਲੱਗਦਾ। ਮੋਹਾਲੀ ਦੇ ਵਿੱਚ ਪਹਿਲਾਂ ਰੀਅਲ ਏਸਟੇਟ ਬਹੁਤ ਜ਼ਿਆਦਾ ਬੂਮ ਆਇਆ ਸੀ, ਔਰ ਅਜਿਹੇ 'ਚ ਆਮ ਲੋਕਾਂ ਦੀ ਪਹੁੰਚ ਤੋਂ ਵੀ ਬਾਹਰ ਕਿਤੇ ਨਾ ਕਿਤੇ ਪ੍ਰੋਪਰਟੀ ਹੁੰਦੀ ਹੋਈ ਨਜ਼ਰ ਆਈ। ਫਿਰ ਕੋਵਿਡ ਆਇਆ, ਕਈਆਂ ਨੇ 2-2 ਕਰੋੜ ਦੇ ਘਰ ਲੈ ਲਏ, ਘੱਟ ਹੋ ਗਏ ਰੇਟ,
ਉਸ ਨੂੰ ਲੈ ਕੇ ਕੋਈ ਯੋਜਨਾ ਤਿਆਰ ਕੀਤੀ ਜਾਵੇ? ਸਾਡੀ ਜਿਹੜੀ ਮਹਿਕਮੇ ਨੇ ਇੱਕ ਸਕੀਮ ਲੈ ਕੇ ਆਉਂਦੀ ਸੀ ਲੈਂਡ ਪੂਲਿੰਗ, ਉਹਦੇ 'ਚ ਅਸੀਂ ਲੋਕਾਂ ਦੇ ਨਾਲ ਲੈਂਡ ਪੂਲਿੰਗ ਕਰ ਲੈਂਦੇ ਆ। ਜਿਹੜੇ ਮਾਲਕ ਹੁੰਦੇ ਆ ਉਹਨਾਂ ਕੋਲ ਜ਼ਮੀਨ ਅਸੀਂ ਲੈਂਦੇ ਆ, ਡਿਵੈਲਪਮੈਂਟ ਅਸੀਂ ਕਰਦੇ ਆ ਤੇ ਉਹਨਾਂ ਨੂੰ 1 ਏਕੜ ਦੇ ਪਿੱਛੇ ਅਸੀਂ 1000 ਏਕੜ ਤੇ 121 ਗਜ ਦਾ ਜਿਹੜਾ ਕਮਰਸ਼ੀਅਲ ਸੀਗਾ ਉਹ ਅਸੀਂ ਦਿੰਦੇ ਆ ਔਰ ਉਹ ਚੱਲਦੀ ਰਹੀ। ਹੁਣ ਕਿਉਂਕਿ ਲੋਕਾਂ ਨੇ ਇਹਦੇ ਕਰਕੇ ਸਾਨੂੰ ਇਹ ਰੋਕ ਲਾਤੀ, ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਆ ਸਕਦੇ ਕਿ ਅਸੀਂ ਨਵੀਂ ਜਗ੍ਹਾ ਐਕਵਾਇਰ ਕਰਦੇ ਔਰ ਉੱਥੇ ਡਿਵੈਲਪਮੈਂਟ ਕਰਾਉਂਦੇ। ਫਿਰ ਉਹ ਮਸਲਾ ਚੱਲਦਾ ਰਿਹਾ। ਹੁਣ ਮੁੱਖ ਮੰਤਰੀ ਸਾਹਿਬ ਨਾਲ ਵੀ ਬੇਨਤੀ ਕੀਤੀ, ਸਲਾਹ ਕੀਤੀ ਔਰ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਿਉਂਕਿ 5000 ਏਕੜ ਦੀ ਸਾਡੀ ਸਕੀਮ ਸੀਗੀ ਜਿਹੜੀ 에ਅਰਪੋਰਟ ਤੋਂ ਜਦੋਂ ਬਾਹਰ ਨਿਕਲਦੇ ਆ ਨਾਲ ਆ, ਉੱਥੇ 5000 ਏਕੜ ਤੇ ਜਿਹੜਾ ਰੈਜ਼ੀਡੈਂਸ਼ੀਅਲ ਘਰ ਬਣਨੇ ਸੀਗੇ ਤੇ ਉਹ ਫਿਰ ਲੋਕਾਂ ਨੇ ਆ ਕੇ ਸਾਨੂੰ ਵੀ ਬੇਨਤੀ ਕੀਤੀ ਜੀ ਸਾਨੂੰ ਵਾਰਾ ਨਹੀਂ ਖਾਂਦਾ, ਸਾਨੂੰ ਇਹ ਜਿਹੜੀ ਜਗ੍ਹਾ 120 ਗਜ ਹੈ ਇਹਨੂੰ ਹੋਰ ਵਧਾਓ, ਨਹੀਂ ਤੇ ਅਸੀਂ ਨਹੀਂ ਇਹ ਲੈਂਡ ਪੂਲਿੰਗ 'ਚ ਤੁਹਾਡੇ ਨਾਲ ਆਉਣਾ। ਪੈਸੇ ਸਾਡੇ ਕੋਲ ਨਹੀਂ ਸੀ। ਫਿਰ ਅਸੀਂ ਉਹ ਸਾਰਾ ਡਿਸਕਸ ਕਰਕੇ ਮਸਲਾ ਉਹਨਾਂ ਦਾ ਫਾਈਨਲ ਕਰ ਲਿਆ ਔਰ ਹੁਣ ਅਸੀਂ ਆਉਣ ਵਾਲੇ ਸਮੇਂ 'ਚ ਜਿੱਥੇ ਸਾਡੇ ਰੈਜ਼ੀਡੈਂਸ਼ੀਅਲ ਪਲਾਟ ਅਸੀਂ ਕੱਟਾਂਗੇ ਉੱਥੇ 1000 ਏਕੜ ਉਹਨਾਂ ਨੂੰ ਰੈਜ਼ੀਡੈਂਸ਼ੀਅਲ ਤੇ 200 ਗਜ ਜਿਹੜਾ ਆ ਉਹ ਕਮਰਸ਼ੀਅਲ ਦੇਵਾਂਗੇ। ਲੇਕਿਨ ਕੋਵਿਡ ਕਰਕੇ ਰੀਅਲ ਏਸਟੇਟ ਦੇ ਵਿੱਚ ਬਹੁਤ ਜ਼ਿਆਦਾ, ਸਭ ਤੋਂ ਜ਼ਿਆਦਾ ਪ੍ਰਭਾਵਿਤ ਰੀਅਲ ਏਸਟੇਟ ਹੋਇਆ। ਦੇਖੋ ਕੋਵਿਡ ਦੇ ਵਿੱਚ ਹਰ ਇੱਕ ਚੀਜ਼ ਹੀ ਪ੍ਰਭਾਵਿਤ ਹੋਈ ਆ, ਰੀਅਲ ਏਸਟੇਟ ਵੀ ਹੋਇਆ। ਉਹਦੇ ਲਈ ਅਸੀਂ ਤਕਰੀਬਨ ਮੇਰਾ ਖਿਆਲ ਪੰਜਾਬ ਇੱਕ ਪਹਿਲਾ ਸੂਬਾ ਹੋਊਗਾ ਕਿਉਂਕਿ ਮੈਂ ਉਹਦੇ 'ਚ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ, ਸਾਰੇ ਜਿਹੜੇ ਡਿਵੈਲਪਰ ਸੀ ਉਹ ਵੀ ਚੀਕਾਂ ਮਾਰਦੇ ਸੀਗੇ ਔਰ ਕੋਲੋਨਾਈਜ਼ਰ ਵੀ ਰੋਂਦੇ ਸੀ ਔਰ ਕਿਉਂਕਿ ਇਹਨਾਂ ਨੇ ਸਾਨੂੰ ਸਰਕਾਰ ਨੂੰ ਆਪਣੀਆਂ ਪੈਸਿਆਂ ਦੀਆਂ ਜਿਸ ਤਰ੍ਹਾਂ EDC ਵਗੈਰਾ ਦੇਣੀ ਹੁੰਦੀ ਆ ਜਾਂ ਜਿਹੜੇ ਪ੍ਰੋਜੈਕਟ ਜਿਹੜੇ ਨਵੇਂ ਲੈਂਦੇ ਆ ਉਹਨਾਂ ਨੇ ਸਾਨੂੰ ਕਿਸ਼ਤਾਂ ਦੇਣੀਆਂ ਹੁੰਦੀਆਂ, ਉਹ ਬੜੇ ਤੰਗ ਆ ਗਏ, ਸਾਡਾ ਸਾਰਾ ਕੰਮ ਰੁਕ ਗਿਆ ਔਰ ਮੇਰਾ ਖਿਆਲ ਹੈ ਪੰਜਾਬ ਪਹਿਲਾ ਸੂਬਾ ਸੀ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ 6 ਮਹੀਨੇ ਦੀ ਉਹਨਾਂ ਦੀ ਕਿਸ਼ਤ ਸੀਗੀ ਉਹਦਾ ਵਿਆਜ ਮਾਫ ਕਰਤਾ ਸੀ ਔਰ ਉਹਦੇ ਕਰਕੇ ਉਹ ਲੋਕ ਬੜੇ ਖੁਸ਼ ਹੋਏ ਔਰ 6 ਮਹੀਨੇ ਅਸੀਂ ਉਹਨਾਂ ਦੀ ਜਿਹੜੀ ਕਿਸ਼ਤ ਸੀ ਉਹ ਵੀ ਅੱਗੇ ਲੈ ਗਏ ਸਾਂ ਕਿ 6 ਮਹੀਨੇ ਤੁਹਾਨੂੰ ਕੋਈ ਨਹੀਂ ਕਿਸ਼ਤ ਦੇਣੀ ਪਊਗੀ, ਉਹ ਜਿਹੜੀ ਕਿਸ਼ਤ ਤੁਹਾਡੀ ਅੱਗੇ ਚੱਲ ਜੂਗੀ। ਜਿਹੜਾ ਉਹ 6 ਮਹੀਨੇ ਦਾ ਵਿਆਜ ਸੀ ਉਹ ਵੀ ਅਸੀਂ ਛੱਡਤਾ ਸੀ, ਉਹਦੇ ਨਾਲ ਉਹਦਾ ਸਿੱਟਾ ਇਹ ਨਿਕਲਿਆ। ਅੱਜ ਤੁਸੀਂ ਫੇਰ ਵੇਖੋ ਕਿ ਅਜੇ ਕੋਵਿਡ ਖਤਮ ਨਹੀਂ ਹੋਇਆ ਪਰ ਸਾਡੇ ਮੁਹਾਲੀ ਦੇ ਵਿੱਚ ਖਾਸ ਕਰਕੇ ਇੱਥੇ ਨਿਊ ਚੰਡੀਗੜ੍ਹ ਇੱਥੇ ਡਿਵੈਲਪਮੈਂਟ ਬਹੁਤ ਜ਼ੋਰਾਂ ਤੇ ਚੱਲ ਰਹੀ ਹੈ ਔਰ ਰੇਟ ਵੀ ਬੜੇ ਇਨਕਰੀਜ਼ ਕਰ ਰਹੇ। ਨਿਊ ਚੰਡੀਗੜ੍ਹ ਦਾ ਤੁਸੀਂ ਜ਼ਿਕਰ ਕੀਤਾ, 100 ਏਕੜ ਤੋਂ ਘੱਟ ਹਾਊਸਿੰਗ ਪ੍ਰੋਜੈਕਟ ਜਿਹੜਾ ਉੱਥੇ ਲਗਾਇਆ ਨਹੀਂ ਜਾ ਸਕਦਾ। ਹਰਿਆਣੇ ਦੀ ਤਰਜ਼ ਤੇ ਕੋਈ ਰੀਅਲ ਏਸਟੇਟ ਨੂੰ ਹੁੰਗਾਰਾ ਦੇਣ ਦੇ ਲਈ ਕੋਈ ਮੈਗਾ ਪ੍ਰੋਜੈਕਟ, ਕੁਝ ਖਾਸ ਰਿਆਇਤਾਂ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ? ਇੰਝ ਸੀਗਾ ਜੀ, ਇਹ ਜਦੋਂ ਪ੍ਰੋਜੈਕਟ ਉਦੋਂ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਬੂਮ ਆਇਆ, ਉਦੋਂ ਵੱਡੀਆਂ ਵੱਡੀਆਂ ਕੰਪਨੀਆਂ ਆਈਆਂ, ਉਹਨਾਂ ਨੇ ਇੱਥੇ ਆ ਕੇ ਨਿਊ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਆਪਣੀ 200 ਏਕੜ ਜਗ੍ਹਾ ਖਰੀਦ ਲਈ, ਕਿਸੇ ਨੇ 250 ਖਰੀਦ ਲਈ, ਕਿਤੇ 150 ਖਰੀਦ ਲਈ ਔਰ ਉਹ ਡਿਵੈਲਪਮੈਂਟ ਬੜੀ ਸਲੋ ਚੱਲ ਰਹੀ ਸੀ ਔਰ ਅਸੀਂ ਵੀ ਇਹਦੇ ਬਾਰੇ ਵਿਚਾਰ ਕੀਤਾ ਔਰ ਅਸੀਂ ਹੁਣ ਜਿਹੜਾ 100 ਏਕੜ ਦਾ ਮੈਗਾ ਪ੍ਰੋਜੈਕਟ ਸੀ ਉਹਨੂੰ 50 ਏਕੜ 'ਚ ਲੈ ਕੇ ਆ ਰਹੇ ਹਾਂ ਔਰ ਜਿਹੜੇ ਅਫੋਰਡੇਬਲ ਲੋਕ ਜਿਹੜੇ ਜਿਹਨਾਂ ਨੂੰ ਮਿਡਲ ਲੋਕ ਕਹਿ ਦਿੰਦੇ ਆ ਜਾਂ ਜਿਹੜੇ ਥੱਲੜੀ ਰੇਖਾ ਤੋਂ ਉੱਤੇ ਹੁੰਦੇ ਆ ਉਹਨਾਂ ਲਈ ਵੀ ਅਫੋਰਡੇਬਲ ਕਾਲੋਨੀ ਦੀ ਸਕੀਮ ਲੈ ਕੇ ਆ ਰਹੇ ਹਾਂ ਜਿਹੜੀ 25 ਏਕੜ ਦੇ ਵਿੱਚ ਬਣਾਈ ਜਾਊਗੀ। ਉਹ ਮੇਰਾ ਖਿਆਲ ਹੈ ਕਿ ਸਾਡੀ ਹਾਊਸਿੰਗ ਦੀ ਜਿੱਦਣ ਮੀਟਿੰਗ ਹੋਈ ਉਹਦੇ ਵਿੱਚ ਫਾਈਨਲ ਹੋ ਜਾਊਗੀ। ਕਿਉਂਕਿ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਤੋਂ ਇਲਾਵਾ ਤੁਹਾਡੇ ਕੋਲ ਵਾਟਰ ਰਿਸੋਰਸਿਸ ਵੀ ਹੈ। ਮੈਂ ਅਗਰ ਨਹਿਰੀ ਵਾਲੇ ਪਾਸੇ ਜਾਵਾਂ ਤਾਂ ਪੰਜਾਬ ਦੇ ਨਹਿਰੀ ਅਤੇ ਡਰੋਨੇਜ ਨੈਟਵਰਕ ਬਾਰੇ ਪੂਰਾ ਤੁਸੀਂ ਵਿਸਤਾਰ ਨਾਲ ਕਰੋ ਕਿਉਂਕਿ ਜਦੋਂ ਮੀਂਹ ਪੈਂਦਾ ਵੈ ਤਾਂ ਹੜ੍ਹਾਂ ਵਰਗੇ ਮਾਹੌਲ ਜਿਹੜੇ ਉਹ ਬਣ ਜਾਂਦੇ ਆ। ਕਹਿੰਦੇ ਕਿ ਨਹਿਰਾਂ ਦਾ ਉਸ ਤਰੀਕੇ ਨਾਲ ਡਿਵੈਲਪਮੈਂਟ ਜਿਹੜੀ ਉਹ ਨਹੀਂ ਹੋ ਪਾਈ। ਦੇਖੋ ਜਿਹੜਾ ਸਾਡਾ ਟੋਟਲ ਨੈਟਵਰਕ ਆ ਇੱਥੇ ਇਰੀਗੇਸ਼ਨ ਦਾ, ਕਨਾਲਾਂ ਸਾਡੀਆਂ ਦੀ ਉਹਨਾਂ ਦੀ ਕੋਈ ਲੰਬਾਈ ਹੈਗੀ ਆ 14,500 ਕਿਲੋਮੀਟਰ, ਜਿੱਥੇ ਛੋਟੀਆਂ ਵੱਡੀਆਂ ਨਹਿਰਾਂ ਜਿਹੜੀਆਂ ਪਾ ਕੇ ਇਸੇ ਤਰ੍ਹਾਂ ਡਰੇਨੇਜ ਜਿਹੜੀ ਆ ਉਹ ਕੋਈ 8100 ਦੇ ਕਰੀਬ ਹੈਗੀ ਆ ਕਿਲੋਮੀਟਰ ਉਹਦੀ ਲੰਬਾਈ। ਸਮੇਂ ਦੇ ਨਾਲ ਇਹਨਾਂ ਦੀ ਲਾਈਨਿੰਗ ਵੀ ਕਰਦੇ ਆ, ਕੰਮ ਜਿੱਥੇ ਜਿੱਥੇ ਲੋੜ ਪੈਂਦੀ ਉਹ ਕਰੀ ਵੀ ਜਾ ਰਹੇ ਆ। ਲੇਕਿਨ ਸੁਧਾਰ ਲਈ ਕੋਈ ਕਦਮ ਚੁੱਕੇਗੇ ਕਿਉਂਕਿ ਹੜ੍ਹਾਂ 'ਚ ਉਸ ਤਰੀਕੇ ਨਾਲ ਬਣ ਨਹੀਂ ਪਾਉਂਦਾ। ਹੜ੍ਹਾਂ ਦੇ ਵਿੱਚ ਸਾਡਾ ਸਿਸਟਮ ਹੈ ਕਿ ਹਰ ਸਾਲ ਅਸੀਂ ਉਹਦੀ ਫਲੱਡ ਕੰਟਰੋਲ ਦੀ ਮੀਟਿੰਗ ਕਰਦੇ ਆ। ਉਹਦੇ 'ਚ ਕਿਉਂਕਿ ਦਰਿਆ ਬਹੁਤ ਲੰਬੇ ਨੇ ਔਰ ਕੱਚੇ ਆ, ਅਜੇ ਸਾਡੀਆਂ ਸਾਰੇ ਥਾਵਾਂ ਤੇ ਸਾਈਡਾਂ ਤੋਂ ਪੱਕੇ ਕਰਨ ਦੀ ਸਮਰੱਥਾ ਨਹੀਂ ਸੀ ਸਟੇਟ ਦੀ, ਇਸ ਕਰਕੇ ਦਰਿਆ ਚੱਲਦੇ ਸੀ। ਦੋ ਚੀਜ਼ਾਂ ਹੋ ਗਈਆਂ, ਇੱਕ ਤੇ ਦਰਿਆਵਾਂ ਦੀ ਸਫਾਈ ਨਾ ਹੋਣ ਕਰਕੇ ਵਿੱਚ ਸਿਲਟ ਬੜੀ ਜੰਮ ਗਈ ਸੀ। ਅਸੀਂ ਉਹ ਡੀਸਿਲਟਿੰਗ ਵੀ ਕਰ ਰਹੇ ਹਾਂ। ਹੁਣ ਅਸੀਂ ਪਾਲਿਸੀ ਲੈ ਕੇ ਆਏ ਸਨ, ਉਹਨਾਂ ਦੇ ਵਿੱਚੋਂ ਜਿੱਥੇ ਜਿੱਥੇ ਦਰਿਆਵਾਂ 'ਚ ਜ਼ਿਆਦਾ ਮਿੱਟੀ ਜਾਂ ਰੇਤਾ ਚੜੀ ਆ ਉਹਨੂੰ ਵਿੱਚੋਂ ਕੱਢ ਰਹੇ ਹਾਂ ਔਰ ਦਰਿਆ ਸਾਈਡਾਂ ਨੂੰ ਚਲੇ ਗਏ ਸੀ, ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਜਦੋਂ ਡੀਸਿਲਟਿੰਗ ਕੰਪਲੀਟ ਹੋ ਗਈ ਇਹ ਸੈਂਟਰ ਦੇ ਵਿੱਚ ਆ ਜਾਣਗੇ ਇਹ। ਔਰ ਇਸੇ ਤਰ੍ਹਾਂ ਹੀ ਸਮੇਂ ਦੇ ਨਾਲ ਉੱਥੇ ਜਿੱਥੇ ਲੋੜ ਪੈਂਦੀ ਆ ਉਹਦੇ ਨਾਲ ਉਹਨਾਂ ਦੀ
ਲਾਈਨਿੰਗ ਉਹਦੀ ਲਾਈਨਿੰਗ ਕਰਦੇ ਹਾਂ ਜਾਂ ਪੱਥਰ ਦੇ ਨਾਲ ਉਹਨਾਂ ਨੂੰ ਜੋੜਦੇ ਹਾਂ ਕਿ ਗਾਂ ਜ਼ਮੀਨਾਂ ਦਾ ਜਿਹੜਾ ਨੁਕਸਾਨ ਨਾ ਹੋ ਸਕੇ, ਡਰੇਨਾਂ ਦੀ ਸਫਾਈ ਕਰਾਉਂਦੇ ਹਾਂ। ਇਹ ਸਾਡਾ ਹਰ ਸਾਲ ਕੰਮ ਜਿਹੜਾ ਚੱਲਦਾ ਰਹਿੰਦਾ। ਲੇਕਿਨ ਮੀਂਹ ਜਦੋਂ ਪੈਂਦਾ ਘੱਗਰ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ। ਖੇਤਾਂ ਦੇ ਖੇਤਾਂ ਜਿਹੜੇ ਉਹ ਵਹਾ ਕੇ ਪੂਰੀ ਫਸਲ ਲੈ ਜਾਂਦਾ। ਕਈ ਸਾਰੇ ਪਿੰਡ ਜਿਹੜੇ ਆ ਉਹ ਤਬਾਹ ਹੋ ਜਾਂਦੇ ਨੇ। ਔਰ ਹਰ ਵਾਰ ਇਹ ਕਿਹਾ ਜਾਂਦਾ ਕਿ ਹਰਿਆਣਾ ਵਾਲੇ ਪਾਸੇ ਉਹਨਾਂ ਨੇ ਆਪਣੀ ਤਾਂ ਪੱਕੀ ਕਰ ਲਈ, ਲੇਕਿਨ ਪੰਜਾਬ ਵਾਲੇ ਪਾਸੇ ਸਰਕਾਰ ਕੁਝ ਕਦਮ ਨਹੀਂ ਚੁੱਕ ਰਹੀ। ਨਹੀਂ, ਐਸੀ ਗੱਲ ਨਹੀਂ ਸੀ। ਅਸੀਂ ਵੀ 40 ਕਿਲੋਮੀਟਰ ਦਾ ਪ੍ਰੋਜੈਕਟ ਸੋਚਿਆ ਸੀਗਾ ਜਿਹੜਾ ਇਹਨੂੰ ਕੰਪਲੀਟ ਕਰ ਦੇਣਾ ਸੀ ਇਹਦੇ ਵਿੱਚ, ਜਿਹਦੇ ਨਾਲ ਸਾਡੀ ਸਾਈਡ ਵੀ ਠੀਕ ਹੋ ਜਾਣੀ ਸੀ, ਸਾਡਾ ਪਾਣੀ ਵੀ ਠੀਕ ਜਾਣਾ ਸੀਗਾ, ਸਾਨੂੰ ਪ੍ਰੋਬਲਮ ਵੀ ਕੋਈ ਨਹੀਂ ਸੀ ਆਉਣੀ। ਉਹਦੇ ਚੋਂ 21 ਕਿਲੋਮੀਟਰ ਅਸੀਂ ਕਰ ਚੁੱਕੇ ਹਾਂ। ਬਾਕੀ ਅਗਲੇ ਸਾਡਾ ਕੰਮ ਸ਼ੁਰੂ ਹੋਇਆ ਹੀ ਸੀਗਾ। ਤੇ ਸਾਡਾ ਨਾ ਸਿਸਟਮ ਹੁੰਦਾ, ਕਿਉਂਕਿ ਸਾਡਾ ਹਰਿਆਣੇ ਨਾਲ ਪਾਣੀਆਂ ਦੇ ਮਸਲੇ ਬੜੇ ਆ, ਔਰ ਉਹਦੇ ਵਾਸਤੇ ਵਾਟਰ ਜਿਹੜਾ ਸੈਂਟਰ ਵਾਟਰ ਕਮਿਸ਼ਨ ਆ ਉਹਨੇ ਉੱਤੇ ਰੋਕ ਲਾਤੀ ਸੀ। ਇਸ ਕਰਕੇ ਅੱਗੇ ਉਹ ਸਾਡਾ ਕੰਮ ਨਹੀਂ ਚੱਲ ਸਕਿਆ। ਲੇਕਿਨ ਮਸਲਾ ਕਿਵੇਂ ਨਿਬੜੇਗਾ? ਜਦੋਂ ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਵੀ ਇੱਧਰ ਕਰ ਲੈਣ ਦਿਓ, ਤੇ ਜਦੋਂ ਮੇਰਾ ਖਿਆਲ ਉਹ ਫੈਸਲਾ ਹੋ ਗਿਆ ਉਦੋਂ ਅਸੀਂ ਕੰਪਲੀਟ ਕਰ ਦਾਂਗੇ। ਬੁੱਢਾ ਨਾਲਾ ਸਭ ਤੋਂ ਵੱਡੀ ਸਮੱਸਿਆ ਬਣਦੀ ਹੈ। ਬੁੱਢਾ ਨਾਲਾ ਦੇ ਕਈ ਸਾਰੇ ਪ੍ਰੋਜੈਕਟ ਆਉਂਦੇ ਆ, ਕਦੀ ਕਹਿੰਦੇ ਕਿ ਇਹ ਕਰ ਦਾਂਗੇ, ਸਫਾਈ ਕਰ ਦਾਂਗੇ। ਇਸ ਵਾਰ ਵੀ ਨਵਾਂ ਪ੍ਰੋਜੈਕਟ ਆਇਆ, ਲੇਕਿਨ ਬੁੱਢੇ ਨਾਲੇ ਦੀ ਸਮੱਸਿਆ ਲੁਧਿਆਣਾ ਵਾਸੀਆਂ ਦੇ ਲਈ ਸਭ ਤੋਂ ਵੱਡਾ ਕਲੰਕ ਬਣਿਆ ਹੋਇਆ। ਬੁੱਢਾ ਨਾਲਾ 'ਚ ਗੰਦਾ ਪਾਣੀ ਜਾਂਦਾ ਜੀ, ਉਹ ਕੋਈ ਫੈਕਟਰੀਆਂ ਦਾ ਚਲਾ ਗਿਆ ਜਾਂ ਸੀਵਰੇਜ ਦਾ ਪਾਣੀ ਚਲਾ ਗਿਆ। ਉਹ ਗੰਦਾ ਪਾਣੀ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ, ਉਹ ਖੜਾ ਰਹਿੰਦਾ ਪਾਣੀ ਉੱਥੇ, ਔਰ ਉਹਦਾ ਨਿਕਲਣ ਦਾ ਵੀ ਕੰਮ ਮੁਸ਼ਕਿਲ ਹੁੰਦਾ ਸੀ। ਪਰ ਸਾਨੂੰ ਲੋਕਲ ਬਾਡੀ ਡਿਪਾਰਟਮੈਂਟ ਨੇ ਇਹ ਕਿਹਾ ਸੀ ਕਿ ਸਾਨੂੰ ਇੱਥੇ ਪਾਣੀ ਦਿਓ ਜਿਹਦੇ ਨਾਲ ਪਾਣੀ ਇਹ ਨਿਕਲਦਾ ਜਾਵੇ। ਜਿਹੜੀ ਉੱਥੇ ਖਲੋ ਕੇ ਪਾਣੀ ਦੀ ਸਮੈਲ ਆਉਂਦੀ ਆ ਉਹਦਾ ਫਰਕ ਹੈ। ਬਾਕੀ ਪ੍ਰੋਜੈਕਟ ਲੋਕਲ ਬਾਡੀ ਕਰ ਰਹੀ ਆ, ਲੋਕਲ ਗਵਰਨਮੈਂਟ ਕਰ ਰਹੀ ਆ। ਮੇਰਾ ਖਿਆਲ ਬੁੱਢੇ ਨਾਲੇ ਦਾ ਕੰਮ ਵੀ ਜਲਦੀ ਕੰਪਲੀਟ ਹੋ ਜਾਊਗਾ, ਪਰ ਅਸੀਂ 200 ਕਿਊਸੈਕ ਪਾਣੀ ਉਹਦਾ ਪ੍ਰੋਜੈਕਟ ਸਾਡਾ ਕੰਪਲੀਟ। ਉਮੀਦ ਕਰੀਏ ਕਿ ਲੁਧਿਆਣੇ ਲੋਕਾਂ ਨੂੰ ਮੁਸ਼ਕਲ ਨਹੀਂ ਆਏਗੀ ਬੁੱਢੇ ਨਾਲੇ 'ਚ। ਕਿੰਨੀ ਦੇਰ ਤੱਕ? ਮੇਰਾ ਖਿਆਲ ਹੈ ਕਿ ਜਲਦੀ ਜਿੱਦਣ ਇਹ ਪ੍ਰੋਜੈਕਟ ਸਾਰੇ ਕੰਪਲੀਟ ਹੋ ਗਿਆ ਔਰ ਪਾਣੀ ਅਸੀਂ 200 ਜਿਹੜਾ ਕਿਊਸੈਕ ਉਹਨਾਂ ਨੂੰ ਦੇਣਾ ਆ, ਜਿਹੜਾ ਸਫਾਈ ਲਈ ਉਹ ਪਾਣੀ ਲੰਘਿਆ ਕਰੂਗਾ, ਪਾਣੀ ਉੱਤੇ ਕਿਤੇ ਖੜੂਗਾ ਨਾ, ਉਹ ਜਲਦੀ ਅਸੀਂ ਕੰਪਲੀਟ ਕਰ ਦੇਣਾ, ਆਪਣਾ ਪਾਣੀ ਦੇਣਾ ਸ਼ੁਰੂ ਕਰ ਦਾਂਗੇ। ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਨਹਿਰਾਂ ਦਾ ਪਾਣੀ ਜਿਹੜਾ ਵਾ ਉਹ ਸ਼ਹਿਰਾਂ ਦੇ ਵਿੱਚ ਜਾਏਗਾ, ਸਾਫ਼ ਸੁਥਰਾ ਪਾਣੀ ਜਾਏਗਾ। ਉਸ ਦੇ ਲੈ ਕੇ ਕੀ ਕੁਝ ਤਿਆਰੀ ਜਿਹੜੀ ਉਹ ਕੀਤੀ ਜਾ ਰਹੀ ਹੈ? ਦੇਖੋ, ਉਹਦੇ ਲਈ ਸਾਨੂੰ ਪੈਸਿਆਂ ਦੀ ਬੜੀ ਲੋੜ ਆ। ਸੈਂਟਰ ਨੂੰ ਅਸੀਂ ਲਿਖ ਕੇ ਵੀ ਭੇਜਿਆ ਕਿ ਸਾਨੂੰ ਜਿਹੜੇ ਪ੍ਰੋਜੈਕਟ ਅਸੀਂ ਪਾਣੀ ਹੁਣ ਜਿਹੜਾ ਥੱਲੜਾ ਖਰਾਬ ਹੁੰਦਾ ਜਾਂਦਾ ਆ ਉਹਦੇ ਵਾਸਤੇ ਸਾਨੂੰ ਜਿਹੜਾ ਤੁਸੀਂ ਫੰਡਸ ਦਿਓ, ਪਰ ਅਜੇ ਤੱਕ ਕੋਈ ਹੋਈ ਨਹੀਂ। ਯੋਜਨਾ ਸਾਡੀ ਹੈਗੀ ਆ, ਜਿੰਨੀ ਸਾਡੀ ਸਮਰੱਥਾ ਉਹਦੇ ਨਾਲ ਅਸੀਂ ਪੂਰੇ ਕਰੀ ਜਾਵਾਂਗੇ। ਕਿਉਂਕਿ ਤੁਸੀਂ ਜ਼ਮੀਨ ਦੇ ਪਾਣੀ ਦਾ ਜ਼ਿਕਰ ਕੀਤਾ, ਜਿੱਥੇ ਗੰਦਲਾ ਹੋ ਰਿਹਾ ਹੇਠਾਂ ਵੀ ਸਭ ਤੋਂ ਜ਼ਿਆਦਾ ਜਾ ਰਿਹਾ ਵਾ, ਉਸ ਨੂੰ ਰੋਕਣ ਦੇ ਲਈ ਕੋਈ ਸਰਕਾਰ ਸੋਚ ਰਹੀ ਹੈ? ਕਿਉਂਕਿ ਪੰਜਾਬ ਮੁੱਖ ਮੰਤਰੀ ਵੀ ਲਗਾਤਾਰ ਇਹ ਕਹਿੰਦੇ ਰਹੇ ਹੈ, ਚਿੰਤਾ ਜ਼ਾਹਰ ਕਰਦੇ ਰਹੇ ਹੈ ਕਿ ਜੋ ਹਾਲਾਤ ਬਣੇ ਹੋਏ ਹੈ ਪੰਜਾਬ ਜਿਹੜਾ ਵਾ ਕਿਤੇ ਰਾਜਸਥਾਨ ਵਰਗੀ ਹਾਲਤ ਨਾ ਬਣ ਜਾਏ। ਇੰਜ ਸੀਗਾ ਜੀ, ਇੱਥੇ ਨਾ ਸਾਡੇ ਕੋਈ ਅਥਾਰਟੀ ਨਹੀਂ ਸੀ ਬਣੀ ਪੰਜਾਬ ਦੀ, ਸੈਂਟਰ ਵਾਟਰ ਅਥਾਰਟੀ ਹੁੰਦੀ ਸੀਗੀ। ਕੋਈ ਵੀ ਚੀਜ਼ ਸੀ ਉੱਥੋਂ ਸੈਂਟਰ ਵੱਲੋਂ ਸਾਨੂੰ ਫੈਸਲਾ ਆਉਂਦਾ ਸੀਗਾ। ਇਸ ਕਰਕੇ ਆ ਮੇਰਾ ਖਿਆਲ ਅਜੇ 7-8 ਮਹੀਨੇ ਹੀ ਹੋਏ ਆ, ਅਸੀਂ ਆਪਣੀ ਪਾਲਿਸੀ ਬਣਾਈ ਆ ਜਿਹੜੀ ਪੰਜਾਬ ਰੈਗੂਲੇਟਰੀ ਅਥਾਰਟੀ ਆ। ਉਹਦਾ ਕੰਮ ਹੀ ਇਹ ਹੋਊਗਾ ਕਿ ਕਿੱਥੇ ਪਾਣੀ ਥੱਲੇ ਜਾ ਰਿਹਾ ਉਹਨੂੰ ਬਚਾਉਣ ਦੇ ਕੀ ਉਪਰਾਲੇ ਕਰਨੇ ਆ। ਇਸੇ ਤਰ੍ਹਾਂ ਅਸੀਂ ਜਿਹੜਾ ਪਾਣੀ ਨੀਚੇ ਜਾ ਰਿਹਾ, ਇੱਕ ਇਜ਼ਰਾਈਲ ਦੀ ਕੰਪਨੀ ਦੇ ਨਾਲ 1.5-2 ਸਾਲ ਹੋ ਗਿਆ ਸਾਡਾ ਸਮਝੌਤਾ ਹੋਇਆ, ਉਹ ਵੀ ਇੱਥੇ ਸਾਰੇ ਸਰਵੇ ਕਰ ਰਹੇ ਆ। ਉਹਨੇ ਰਿਪੋਰਟ ਵੀ ਥੋੜ੍ਹੇ ਸਮੇਂ ਦੇ ਵਿੱਚ ਦੇ ਦੇਣੀ ਆ, ਥੋੜ੍ਹੇ ਦਿਨਾਂ 'ਚ ਹੀ ਮੇਰਾ ਖਿਆਲ ਦੇ ਦੇਣੀ ਆ। ਕੰਪਲੀਟ ਹੋ ਚੱਲਿਆ ਕੰਮ, ਔਰ ਸਾਡੀ ਜਿਹੜੀ ਆਪਣੀ ਅਥਾਰਟੀ ਉਹ ਵੀ ਇਹੋ ਚੈੱਕ ਕਰੂਗੀ ਕਿ ਪਾਣੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ, ਔਰ ਜਿੱਥੇ ਲੋੜ ਨਹੀਂ ਹੈਗੀ ਉੱਥੇ ਕੋਈ ਨਵੇਂ ਟਿਊਬਲ ਨਾ ਲਾਏ ਜਾਣ। ਕਿਵੇਂ ਬਚਾਇਆ ਜਾ ਸਕਦਾ? ਇਸ ਵੇਲੇ ਸਰਕਾਰ ਦੇ ਕੋਲ ਕੋਈ ਪਲਾਨ ਹੈ? ਮੈਂ ਦੱਸਣ ਡਿਆ ਜੀ, ਅਸੀਂ ਅਥਾਰਟੀ ਬਣਾਈ, ਉਹਨਾਂ ਨੂੰ ਜ਼ਿੰਮੇਵਾਰੀ ਇਹ ਦਿੱਤੀ ਆ ਕਿ ਸਾਰੀ ਰਿਪੋਰਟ ਦੇ, ਇੱਕ ਸਾਨੂੰ ਇਜ਼ਰਾਈਲ ਦੀ ਕੰਪਨੀ ਨੇ ਰਿਪੋਰਟ ਆਦੀ, ਉਦੋਂ ਬਾਅਦ ਜੋ ਫੈਸਲਾ ਜੋ ਰਿਪੋਰਟ ਆਊਗੀ ਉਹਦੇ ਮੁਤਾਬਕ ਕੀਤਾ ਜਾਊਗਾ। ਇੱਕ ਕੰਢੀ ਕਨਾਲ ਦਾ ਮੁੱਦਾ ਸਭ ਤੋਂ ਜ਼ਿਆਦਾ ਭਖਿਆ ਰਿਹਾ ਵਾ, ਹਰ ਵਾਰ ਇਹ ਮੁੱਦਾ ਜਿਹੜਾ ਰਹਿੰਦਾ ਵਾ, ਉਸ ਨੂੰ ਲੈ ਕੇ ਕੋਈ ਮੁਕੰਮਲ ਯੋਜਨਾ ਹੈ? ਕੰਢੀ ਕਨਾਲ ਦਾ ਬੜਾ ਪੁਰਾਣਾ ਪ੍ਰੋਜੈਕਟ ਹੈ ਜੀ, ਪਰ ਮੈਂ ਅਫਸੋਸ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਅਜੇ ਤੱਕ ਅਸੀਂ ਉਹ ਟੇਲਾਂ ਤੇ ਪਾਣੀ ਨਹੀਂ ਜਿਹੜਾ ਪਹੁੰਚਾ ਸਕੇ। ਉਹਦਾ ਰੀਜ਼ਨ ਸੀ ਅਸੀਂ ਐਰਕਾ ਪ੍ਰੋਪਰ ਉਹਦਾ ਸਰਵੇ ਕਰਾਇਆ, ਮੈਂ ਆਪ ਵੀ ਮੌਕੇ ਤੇ ਜਾ ਕੇ ਵੇਖਿਆ, ਸੀਪੇਜ ਬੜੀ ਸੀ। ਉਹ ਪਾਣੀ ਜਿਹੜਾ ਥੱਲੇ ਚਲ ਜਾਂਦਾ ਸੀਗਾ, ਜਿਹੜੇ ਪਹਿਲੇ 2 ਹਿੱਸਿਆਂ 'ਚੋਂ ਕੰਢੀ ਕਨਾਲ ਬਣੀ ਸੀ, ਔਰ ਮੇਰਾ ਖਿਆਲ ਹੈ ਕਿ 50 ਕਿਲੋਮੀਟਰ ਤੋਂ ਅੱਗੇ ਪਾਣੀ ਜਾਂਦਾ ਹੀ ਨਹੀਂ ਸੀ, ਉੱਥੇ ਹੀ ਸੀਪੇਜ ਹੋ ਜਾਂਦੀ ਸੀ। ਉਹਦੇ ਵਾਸਤੇ ਅਸੀਂ ਸ਼ੁਰੂ ਕਰ ਦਿੱਤਾ, 15 ਕਰੋੜ ਐਰਕਾਂ ਲਾ ਰਹੇ ਹਾਂ, ਉਹਦੇ 'ਚ ਕੋਈ 8-9 ਕਿਲੋਮੀਟਰ ਦੀ ਅਸੀਂ ਕੰਪਲੀਟ ਕਰ ਦੇਣਾ। 31 ਮਾਰਚ ਤੱਕ ਉਹਨਾਂ ਕੋਲ ਟਾਈਮ ਸੀਗਾ। ਇੱਕ ਮਾਈਨਿੰਗ ਵਿਭਾਗ ਤੁਹਾਡੇ ਕੋਲ ਹੈ, ਮਾਈਨਿੰਗ ਇਹ ਤੋਂ ਬਗੈਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਵੀ ਦੱਸ ਦੇਵਾਂ ਕਿ ਸਾਡੇ ਜਿਹੜੇ ਸੀਗਾ UBDC ਦਾ ਬੁਰਾ ਹਾਲ ਸੀ, ਜਿਹਨੂੰ ਅੱਪਰ ਬਾਰੀ ਦੁਆਬ ਸਿਸਟਮ ਕਹਿ ਦਿੰਦੇ ਆ, ਉਹ ਸਾਡੇ ਖਾਸ ਕਰਕੇ ਮਾਝੇ ਦੇ ਵਿੱਚ ਆ, ਜਿਹੜਾ ਜਿਹਨੂੰ ਪਾਣੀ ਫੀਡ ਕਰਦੇ ਆ ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ। ਔਰ
ਉਹਦੇ ਵਾਸਤੇ ਵੀ ਅਸੀਂ ਪ੍ਰੋਜੈਕਟ ਬਣਾ ਕੇ ਭੇਜਿਆ, ਪਰ ਅਜੇ ਤੱਕ ਸਾਨੂੰ ਉਧਰੋਂ ਕੋਈ ਪਰਮਿਸ਼ਨ ਸੈਂਟਰ ਗਵਰਨਮੈਂਟ ਨੂੰ ਭੇਜਿਆ ਤੁਸੀਂ? ਸੈਂਟਰ ਗਵਰਨਮੈਂਟ ਨੂੰ। ਤੇ ਮੁਲਾਕਾਤ ਕਰੋਗੇ? ਮੈਂ ਕਰਾਂਗਾ ਜੀ, ਮੈਂ ਅੱਗੇ ਵੀ ਕਰਕੇ ਆਇਆ, ਪਰ ਅਸੀਂ ਇੱਕ ਉਹਦੇ 'ਚ ਵੱਖਰੀਆਂ ਬ੍ਰਾਂਚਿਸ ਨੇ। ਲਾਹੌਰ ਬ੍ਰਾਂਚ ਆ, ਪਰ ਸਾਡੀ ਸਰਕਾਰ ਨੂੰ ਮੈਂ ਬੇਨਤੀ ਕੀਤੀ ਸੀ ਕਿ ਇੱਥੇ 30 ਸਾਲ ਤੋਂ ਕੋਈ ਕੰਮ ਨਹੀਂ ਸੀ ਹੋਇਆ, ਔਰ ਸਾਰੀਆਂ ਲਾਈਨਾਂ ਜਿਹੜੀਆਂ ਨਹਿਰਾਂ ਕੱਚੀਆਂ ਨੇ, ਔਰ ਵਿੱਚ ਸਿਲਟ ਜੰਮੀ ਆ, ਜਿਹੜੀ ਉਹਨਾਂ ਦੀ ਪਾਣੀ ਸਾਡੇ ਕੋਲ ਹੈਗਾ ਆ, ਕਪੈਸਿਟੀ ਉਹਨਾਂ ਦੀ 60% ਰਹਿ ਗਈ ਆ, ਕਿਉਂਕਿ ਫੰਡਸ ਤੇ ਘਾਟ ਕਰਕੇ ਅਸੀਂ ਉਹ 30 ਸਾਲਾਂ ਤੋਂ ਉਹਨੂੰ ਕਦੀ ਕਿਸੇ ਨੇ ਧਿਆਨ ਨਹੀਂ ਦਿੱਤਾ। ਉਹ ਲਾਹੌਰ ਬ੍ਰਾਂਚ ਦਾ ਅਸੀਂ ਉਹ ਪ੍ਰੋਜੈਕਟ ਮਨਜ਼ੂਰ ਕਰਾਇਆ, ਜਿਹੜਾ ਸਾਡਾ ਸ਼ੁਰੂ ਹੋ ਗਿਆ, ਔਰ ਉਹਦੇ 'ਚ ਅਸੀਂ ਗੁਰਦਾਸਪੁਰ ਤੋਂ ਸ਼ੁਰੂ ਹੁੰਦਾ ਤੇ ਅੰਮ੍ਰਿਤਸਰ 'ਚ ਆ ਕੇ ਉਹ ਬ੍ਰਾਂਚ ਜਿਹੜੀ ਖਤਮ ਹੁੰਦੀ, ਉਹਦੇ 'ਚ ਜਿੰਨੀਆਂ ਨਹਿਰਾਂ ਆਉਣਗੀਆਂ ਉਹ ਸਾਰੀਆਂ ਹੀ ਲਾਈਨਿੰਗ ਜਿਹੜੀ ਉਹਦੀ ਜਲਦੀ ਕਰ ਰਹੇ ਹਾਂ। SYL ਨੂੰ ਲੈ ਕੇ ਇਸ ਵਾਰ ਹਰਿਆਣਾ ਦੇ ਖਜ਼ਾਨਾ ਮੰਤਰੀ, ਮੁੱਖ ਮੰਤਰੀ ਹੀ ਨੇ ਜੋ ਖਜ਼ਾਨਾ ਮੰਤਰੀ ਨੇ ਮਨੋਹਰ ਲਾਲ ਹੋਰੀ, ਉਹਨਾਂ ਨੇ SYL ਲਈ ਵੀ ਬਜਟ ਰੱਖਿਆ। ਦੇਖੋ SYL ਜੋ ਮਰਜ਼ੀ ਰਹੇ, ਸਾਡੇ ਕੋਲ ਪਾਣੀ ਨਹੀਂ ਹੈਗਾ। ਅਸੀਂ ਪਾਣੀ ਪਹਿਲਾਂ ਪੰਜਾਬ ਦਾ ਆਪਣਾ ਪੂਰਾ ਕਰੀਏ, ਜਾਂ ਉਹ ਪੁਰਾਣਾ ਸਮਾਂ ਸੀਗਾ ਜਦੋਂ ਇਹ ਫੈਸਲੇ ਹੋਏ, ਉਦੋਂ ਦਰਿਆਵਾਂ ਦਾ ਕੋਈ ਹਾਲ ਨਹੀਂ ਸੀ, ਪਤਾ ਨਹੀਂ ਜਦੋਂ ਗੱਲਾਂ ਜਦੋਂ ਸਾਹੀ ਲੇਕਿਨ ਉਹ ਕਹਿੰਦੇ ਸੁਪਰੀਮ ਕੋਰਟ ਫੈਸਲਾ ਸੁਣਾ ਚੁੱਕੀ, ਕੇਂਦਰ ਸਰਕਾਰ ਇਸ ਦੇ ਵਿੱਚ ਮਦਦ ਸੁਣਾ ਚੁੱਕੀ, ਪਰ ਅਸੀਂ ਫਿਰ ਜਾ ਕੇ ਆਪਣੀ ਪਲੀ ਲੈਂਦੇ ਆ। ਆਪਣਾ ਹੁਣ ਵੀ ਸੁਪਰੀਮ ਕੋਰਟ ਪੈਂਡਿੰਗ ਪਿਆ। ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਸੁਪਰੀਮ ਕੋਰਟ ਨੇ ਹੁਣ ਕਿਹਾ ਕਿ ਦੋਵੇਂ ਸਟੇਟਾਂ ਆਪੋ 'ਚ ਬਹਿ ਕੇ ਫੈਸਲਾ ਕਰਨ, ਲੇਕਿਨ ਜੋ ਉਹਨਾਂ ਨੇ ਬਜਟ ਰੱਖ ਲਿਆ। ਬਜਟ ਕੀ ਕਰਨਗੇ? ਬਜਟ ਨੂੰ ਰੱਖ ਕੇ ਕਹਿੰਦੇ ਅਸੀਂ ਨਹਿਰ ਬਣਾਵਾਂਗੇ। ਉੱਧਰ ਕਿੱਥੇ ਬਣਾਉਣਗੇ ਉਹ? ਉਹਨਾਂ ਨੇ ਤੇ ਆਪਣੇ ਪਾਸੇ ਥੋੜੀ ਬਹੁਤੀ ਬਣਾਈ ਆ, ਸਾਡੇ ਪਾਸੇ ਹੈ ਹੀ ਨਹੀਂ। ਬਜਟ ਉਹਨਾਂ ਨੇ ਰੱਖਣਾ, ਬਜਟ ਤੇ ਅਸੀਂ ਰੱਖਾਂਗੇ ਜੇ ਅਸੀਂ ਬਣਾਉਣੀ ਆ ਕਿ ਪੰਜਾਬ ਦੇ ਵਿੱਚੋਂ ਪਾਣੀ ਨਹਿਰ ਬਣੂਗੀ ਤੇ ਅੱਗੇ ਜਾਊਗਾ। ਉਹਨਾਂ ਦੇ ਬਜਟ ਪਤਾ ਨਹੀਂ ਕਾਹਦਾ ਰੱਖ ਲਿਆ, ਪਰ ਜਿੰਨਾ ਚਿਰ ਮੁੱਖ ਮੰਤਰੀ ਸਾਹਿਬ ਦੀ ਬੈਠਕ ਵੀ ਹੋਈ ਆ, ਕੈਪਟਨ ਸਾਹਿਬ ਨਾਲ ਮੀਟਿੰਗ ਵੀ ਹੋਈ ਆ, ਕੈਪਟਨ ਸਾਹਿਬ ਨੇ ਆਪਣੀ ਰੀਜ਼ਨਿੰਗ ਵੀ ਦੱਸੀ ਆ, ਮੈਂ ਵੀ ਨਾਲ ਬੈਠਾ ਵੀ ਸਾਡੇ ਕੋਲ ਨਹੀਂ ਹੈਗਾ। ਅੱਛਾ, ਸਾਡੇ ਆਫੀਸਰਸ ਦੀ ਮੀਟਿੰਗ ਹੋਈ ਆ, ਚੀਫ ਸੈਕਟਰੀਆਂ ਦੀ ਵੀ ਹੋਈ ਆ, ਸੁਪਰੀਮ ਕੋਰਟ ਤੇ ਇਹੋ ਆਂਦਾ। ਹੁਣ ਨਿਬੇੜਾ ਕਿਵੇਂ ਹੋਏਗਾ? ਨਿਬੇੜਾ ਇਹੋ ਆ ਜੀ, ਉਹਨਾਂ ਨੂੰ ਜਮਨਾ 'ਚੋਂ ਪਾਣੀ ਮਿਲ ਗਿਆ, ਉਹਨਾਂ ਨੂੰ ਨਹੀਂ ਧਿਆਨ ਦੇਣਾ ਚਾਹੀਦਾ, ਨਹੀਂ ਤੇ ਸਾਡਾ ਹਿੱਸਾ ਵੀ ਉਧਰੋਂ ਬਣਦਾ, ਸਾਨੂੰ ਉਧਰੋਂ ਦੇ ਦੇਣ, ਸਾਡਾ ਕੰਮ ਪੂਰਾ ਹੋ ਜਾਂਦਾ। ਤੇ ਜੇ ਉਹ ਚੀਜ਼ਾਂ ਸਾਰੀਆਂ ਪਾ ਲੈਣ ਜਿਹੜਾ ਸਾਡੇ ਕੋਲ ਮੰਗਦੇ, ਉਦੋਂ ਬਾਅਦ ਤੇ ਜਮਨਾ 'ਚ ਉਹਨਾਂ ਨੇ ਲੈਣਾ, ਉਹਨਾਂ ਨੂੰ ਲੋੜ ਹੀ ਨਹੀਂ। ਔਰ ਫਿਰ ਦੂਜੀ ਚੀਜ਼, ਜੇ ਏਕੜ ਦੇ ਹਿਸਾਬ ਨਾਲ ਵੇਖਿਆ ਜਾਵੇ, ਉਹਨਾਂ ਕੋਲ ਹਰਿਆਣੇ ਕੋਲ ਅੱਗੇ ਸਾਡੇ ਨੂੰ ਪਾਣੀ ਜ਼ਿਆਦਾ, ਉਹਨਾਂ ਦਾ ਤਾਂ ਬਣਦਾ ਹੀ ਨਹੀਂ ਸਾਡੇ ਕੋਲ। ਜਿੰਨਾ ਦੇ ਰਹੇ ਉਹਨਾਂ ਠੀਕ ਹੈ, ਹੋਰ ਨਹੀਂ ਦਿੱਤਾ ਜਾ ਸਕਦਾ। ਕਿਉਂਕਿ ਮਾਈਨਿੰਗ ਵਿਭਾਗ ਤੁਹਾਡੇ ਕੋਲ, ਔਰ ਮਾਈਨਿੰਗ ਨੂੰ ਲੈ ਕੇ ਅਕਾਲੀ ਦਲ ਦੀ ਸਰਕਾਰ ਸੀ, ਉਸ ਵੇਲੇ ਵੀ ਸਭ ਤੋਂ ਜ਼ਿਆਦਾ ਸਵਾਲ ਚੁੱਕੇ ਜਾਂਦੇ ਸੀ। ਤੁਹਾਡੀ ਸਰਕਾਰ ਰਹੀ, ਤੁਹਾਡੀ ਸਰਕਾਰ ਵੇਲੇ ਵੀ ਸਭ ਤੋਂ ਜ਼ਿਆਦਾ ਸਵਾਲ ਚੁੱਕੇ ਜਾ ਰਹੇ ਆ। ਕਹਿੰਦੇ ਕਿ ਇਲੀਗਲ ਮਾਈਨਿੰਗ ਸਭ ਤੋਂ ਜ਼ਿਆਦਾ ਹੁੰਦੀ ਹੈ, ਅਫਸਰ ਇਨਵੋਲਵ ਹੁੰਦੇ ਆ, ਲੋਕਲ ਵਿਧਾਇਕ ਇਨਵੋਲਵ ਹੁੰਦਾ, ਔਰ ਸਰਕਾਰ ਸਿਰਫ ਦੇਖਦੀ ਹੈ। ਮੁੱਖ ਮੰਤਰੀ ਹੈਲੀਕਾਪਟਰ ਤੋਂ ਇੱਕ ਵਾਰ ਦੇਖ ਕੇ ਚਲੇ ਗਏ, ਲੇਕਿਨ ਮਸਲੇ ਦਾ ਹੱਲ ਹੋਇਆ ਨਹੀਂ। ਇਲੀਗਲ ਮਾਈਨਿੰਗ ਉਸੇ ਤਰੀਕੇ ਨਾਲ ਹੀ। ਦੇਖੋ ਇੰਜ ਸੀਗਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਇਲੀਗਲ ਮਾਈਨਿੰਗ ਹੁੰਦੀ ਸੀ। ਪੁਰਾਣੀ 10 ਸਾਲ ਦੇ ਝਾਤੀ ਮਾਰੋ ਅਕਾਲੀ ਦਲ ਦੀ ਸਰਕਾਰ ਤੇ, ਉਦੋਂ ਕੱਲੀ ਖਾਡੇ ਨਿਲਾਮ ਕਰਦੇ ਸੀ, ਔਰ ਇਹਨਾਂ ਦੇ ਆਪਣੇ ਚੇਤੇ ਹੀ ਸਮਝ ਲਓ, ਮੈਂ ਤੇ ਕਹੂੰਗਾ, ਜਾਂ ਜਿਹੜੇ ਕਰਦੇ ਸੀ ਉਹ ਜਿੰਨੀਆਂ ਖੱਡਾਂ, ਜਿੰਨੀ ਪੰਜਾਬ ਦੀ ਸਮਰੱਥਾ ਸੀ, ਉਦੋਂ 10ਵਾਂ ਹਿੱਸਾ ਵੀ ਖੱਡਾਂ ਨਿਲਾਮ ਨਹੀਂ ਸੀ ਕਰਦੇ। ਤੇ ਜਦੋਂ 10ਵਾਂ ਹਿੱਸਾ ਨਿਲਾਮ ਨਹੀਂ ਕਰਨੀ, ਅੱਜ ਪੰਜਾਬ ਨੂੰ ਮੰਨ ਲਓ 4 ਕਰੋੜ ਟਨ ਚਾਹੀਦਾ ਮਾਲ, ਤੇ ਅਸੀਂ ਉਹਦੀ ਨਿਲਾਮੀ ਕਰੀਏ ਸਿਰਫ 40,000 ਦੀ, ਤੇ ਬਾਕੀ ਜਿਹੜਾ 3,60,000 ਉਹ ਇਲੀਗਲੀ ਹੋਊਗਾ। ਇਸ ਕਰਕੇ ਉਹ ਉਦੋਂ ਇਲੀਗਲ ਮਾਈਨਿੰਗ ਹੁੰਦੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਜਦੋਂ ਸਾਡੀ ਸਰਕਾਰ ਬਣੀ, ਅਸੀਂ ਵੀ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ 2 ਸਾਲ ਸਾਨੂੰ ਵੀ ਲੱਗ ਗਏ। 18 ਦੇ ਵਿੱਚ ਅਸੀਂ ਨਵੀਂ ਪਾਲਿਸੀ ਲੈ ਕੇ ਆਏ, ਔਰ ਨਵੀਂ ਪਾਲਿਸੀ ਦੇ ਵਿੱਚ ਅਸੀਂ 7 ਕਲਸਟਰ ਬਣਾਏ। ਰੇਟ ਅਸੀਂ ਫਿਕਸ ਕਰਤਾ ਵੀ ਜਿਹੜਾ ਪਿਟ ਹੈਡ ਤੋਂ ਜਿੱਥੋਂ ਮਾਲ ਚੁੱਕਣਾ, ਉੱਥੋਂ 9 ਰੁਪਏ ਤੋਂ ਵੱਧ ਫੁੱਟ ਜਿਹੜਾ ਠੇਕੇਦਾਰ ਨਹੀਂ ਵੇਚ ਸਕੂਗਾ, 9 ਰੁਪਏ ਫੁੱਟ ਦੇ ਹਿਸਾਬ ਨਾਲ। ਇਲੀਗਲ ਜਿਹੜੇ ਕਰਦੇ ਸੀ ਲੋਕ, ਜਿਨ੍ਹਾਂ ਨੇ 10-12 ਸਾਲ ਮੌਜਾਂ ਲਈਆਂ ਸੀ, ਉਹਨਾਂ ਨੇ ਕੋਰਟ 'ਚ ਗਏ, ਕੋਰਟ ਤੋਂ ਜਾ ਕੇ ਤੇ ਸਟੇ ਲੈ ਲਿਆ। ਸਾਨੂੰ 7 ਮਹੀਨੇ ਲੱਗੇ ਆ। ਅਸੀਂ ਰਿਕੁਐਸਟ ਕੀਤੀ ਕਿ ਸਾਡੀ ਨਵੀਂ ਪਾਲਿਸੀ ਆ, ਸਾਡਾ ਨੁਕਸਾਨ ਹੋ ਰਿਹਾ ਸਟੇਟ ਦਾ, ਸਾਨੂੰ 35-36 ਕਰੋੜ ਤੋਂ ਵੱਧ ਸਾਲ ਦਾ ਆਉਂਦਾ ਨਹੀਂ, ਤੇ ਸਾਡੀ ਨਵੀਂ ਪਾਲਿਸੀ ਦੇ ਤਹਿਤ ਅਸੀਂ ਸੋਚਿਆ ਸੀ ਕਿ ਅਸੀਂ 300 ਕਰੋੜ ਤੋਂ ਉੱਪਰ ਜਾਵਾਂਗੇ। ਅਸੀਂ ਕੋਰਟ ਨੂੰ ਦੱਸਿਆ, ਕੋਰਟ ਨੇ ਚਲੋ ਉਹ ਸਟੇ ਵਕੇਟ ਕਰਤਾ। ਸਾਨੂੰ 7-8 ਮਹੀਨੇ ਲੱਗ ਗਏ, ਔਰ 19 'ਚ ਜਾ ਕੇ ਅਸੀਂ 19 ਦੇ ਐਂਡ ਤੇ ਅਸੀਂ ਜਿਹੜੀ ਇਹ ਆਕਸ਼ਨ ਆਪਣੀ ਜਿਹੜੀ ਆ ਇਹ ਕੰਪਲੀਟ ਕੀਤੀ, ਔਰ ਉਹਦੇ 'ਚ ਸਾਡਾ ਟਾਰਗੇਟ ਸੀਗਾ 306 ਕਰੋੜ ਦਾ, ਪਰ ਸਾਡੀ ਅਚੀਵਮੈਂਟ ਜਿਹੜੀ ਇਸ ਸਾਲ ਦੀ ਹੋਈ ਆ ਉਹ 250 ਕਰੋੜ ਹੋਈ ਆ। ਉਹਦਾ ਕਾਰਨ ਇਹ ਆ ਕਿ ਤੁਸੀਂ ਵੇਖੋ, ਇੱਕ ਪਾਸੇ ਤੇ 35 ਕਰੋੜ ਸਾਲ ਦਾ ਆਉਂਦਾ ਸੀ, ਅੱਜ ਅਸੀਂ 250 ਕਰੋੜ ਨੂੰ ਪਹੁੰਚ ਗਏ ਹਾਂ। 300 ਨੂੰ ਪਹੁੰਚਣਾ ਸੀ, ਉਹ ਕੋਵਿਡ ਦੇ 52 ਦਿਨ ਆ ਕੇ ਕਈ ਹੋਰ ਚੀਜ਼ਾਂ ਵੀ ਆ ਗਈਆਂ ਸੀ, ਜਿਹਦੇ ਕਰਕੇ ਸਾਡੇ 55 ਕਰੋੜ ਘਟ ਗਏ। ਪਰ ਨੈਕਸਟ ਈਅਰ 'ਚ ਜਿਹੜੀ ਸਾਡੀ ਪਾਲਿਸੀ ਸੀ, 3 ਸਾਲ ਦੀ ਪਾਲਿਸੀ ਸੀ, 7% ਹਰ ਵਾਰੀ ਇਨਕਰੀਜ਼ ਸੀ। ਅਗਲੇ ਸਾਲ, ਆ ਜਿਹੜਾ ਸਾਲ ਹੁਣ ਚੱਲ ਰਿਹਾ, ਇਹਦੇ 'ਚ ਅਸੀਂ 325 ਕਰੋੜ ਨੂੰ ਪਹੁੰਚਾਂਗੇ।
ਔਰ ਸਾਡਾ ਟਾਰਗੇਟ, ਔਰ ਕੋਈ ਹੁਣ ਸਾਨੂੰ ਦਿੱਕਤ ਨਹੀਂ ਗਈ, ਸਾਰਾ ਕੰਮ ਵੀ ਤੁਹਾਨੂੰ ਲੱਗਦਾ ਹੈ ਕਿ ਹੁਣ ਇਲੀਗਲ ਮਾਈਨਿੰਗ ਨਹੀਂ ਹੋ ਰਹੀ? ਦੇਖੋ ਇਲੀਗਲ ਦਾ ਜਿਹੜਾ ਚੋਰੀ ਤੇ 19-21 ਜਿਹੜੀ ਆ, ਤੁਸੀਂ ਕੋਈ ਨਹੀਂ ਹੁਣ ਸਾਰੀ ਰਾਤ ਤੇ ਕੋਈ ਧਿਆਨ ਨਹੀਂ ਰੱਖ ਸਕਦਾ, ਬਟ ਫਿਰ ਵੀ ਤੁਸੀਂ ਇਹ ਇੱਥੋਂ ਹਿਸਾਬ ਕਿਤਾਬ ਆਪਣਾ ਲਾਓ ਕਿ ਜਦੋਂ ਇਲੀਗਲ ਮਾਈਨਿੰਗ ਉਦੋਂ ਹੁੰਦੀ ਹੋਊਗੀ ਜਦੋਂ ਸਰਕਾਰ ਨੂੰ 35 ਕਰੋੜ ਆਉਂਦਾ ਸੀ, ਕਿ ਇਲੀਗਲ ਮਾਈਨਿੰਗ ਉਦੋਂ ਹੋਊਗੀ ਜਦੋਂ 300 ਕਰੋੜ ਆਉਣਾ। ਲੇਕਿਨ ਕਹਿੰਦੇ ਅਜੇ ਵੀ ਲੋਕਲ ਐਮਐਲਏ ਲੋਕਲ ਅਫਸਰ ਇਨਵੋਲਵ ਹੁੰਦੇ ਆ, ਨਹੀਂ, ਪਰਚੀ ਸਿਸਟਮ local ਹੁੰਦਾ ਹੈ, local ਔਰ ਇਸੇ MLA ਕਰਕੇ ਦੇਖੋ ਮੇਰੀ ਗੱਲ ਸੁਣ, ਚਾਹੇ ਸਤਲੁਜ ਹੋਵੇ, ਮੈਂ ਤੁਹਾਨੂੰ ਇਹੋ ਹੀ ਗੱਲ ਕਰਨੀ ਚਾਹੁੰਦਾ, ਲੋਕਲ ਐਮਐਲਏ ਉਦੋਂ ਹੁੰਦੇ ਹੋਣਗੇ ਜਦੋਂ ਪੈਸੇ ਘੱਟ ਆਉਂਦੇ ਸੀ ਸਰਕਾਰ ਨੂੰ। ਜੇ ਅਸੀਂ ਅੱਜ 300 ਕਰੋੜ ਲੈਣਾ, ਸਾਨੂੰ ਪਤਾ ਸਾਡਾ ਟਾਰਗੇਟ ਆ ਇੰਨੀ ਇੱਥੇ ਪੰਜਾਬ ਦੇ ਵਿੱਚ ਵਿਕਰੀ ਹੋਣੀ ਆ, ਮੈਨੂੰ ਤੇ ਨਹੀਂ ਕੋਈ ਲੱਗਦਾ ਕਿ ਸਾਡਾ ਐਮਐਲਏ ਕੋਈ ਵੀ ਇਸ ਵੇਲੇ ਇਹਦੇ ਚ ਇਨਵੋਲਵ ਹੈ। ਕੋਈ ਤੁਹਾਨੂੰ ਲੱਗ ਰਿਹਾ ਕਿ ਇਸ ਵੇਲੇ ਇਲੀਗਲ ਮਾਈਨਿੰਗ ਨਹੀਂ ਹੋ ਪਾ ਰਹੀ? ਨਹੀਂ, ਇਲੀਗਲ ਮੈਂ ਅਜੇ 19 ਕੀ ਸ਼ਿਕਾਇਤਾਂ ਆਉਂਦੀਆਂ, ਅੱਜ ਕੱਲ ਤੇ ਆਪੋਜੀਸ਼ਨ ਦਾ ਤੇ ਕੰਮ ਹੀ ਇਹ ਹੋ ਗਿਆ, ਉਦੋਂ ਸਾਡੇ ਉਹਨਾਂ ਨੇ ਤੇ ਰੌਲਾ ਪਾਈ ਜਾਣਾ। ਕਹਿੰਦੇ ਪਰਚੀ ਸਿਸਟਮ ਹੈ, ਪਰਚੀ ਸਿਸਟਮ ਪਰਚੀ ਹੁੰਦੀ ਹੈ ਜੀ, ਪਰਚੀ ਕੰਪਿਊਟਰ ਚੋਂ ਨਿਕਲਦੀ ਆ, ਪਰ ਅਸੀਂ ਉਹਨੂੰ ਪੋਰਟਲ ਤੇ ਲੈ ਕੇ ਆ ਰਹੇ ਹਾਂ, ਉਹ ਵੀ ਸਾਡਾ ਸਾਰਾ ਕੰਮ ਤਿਆਰ ਆ। ਸਿਰਫ ਉਹਦੇ ਚ ਇੱਕ ਵਾਰੀ ਖਰਾਬੀ ਜੀ ਆ ਗਈ, ਉਹਦੇ ਚ ਜਿੱਦਣ ਪੋਰਟਲ ਸ਼ੁਰੂ ਹੋ ਗਿਆ ਉਦੋਂ ਤੇ ਪਰਚੀ ਦਾ ਸਿਸਟਮ ਹੀ ਖਤਮ ਹੋ ਜਾਣਾ। ਉਦੋਂ ਤੇ ਲੋਕ ਆਨਲਾਈਨ ਵੀ ਆਪਣੇ ਘਰ ਲਈ ਜੇ ਕਿਸੇ ਨੂੰ ਚਾਹੀਦੀ ਤਾਂ ਆਨਲਾਈਨ ਅਪਲਾਈ ਕਰਕੇ ਵੀ ਉਹਦੀ ਆਪਣੀ ਸਮਾਨ ਲੈ ਸਕਦਾ। ਅਗਰ 2022 ਚ ਮੈਂ ਕਹਾਂ ਕਿ ਇਹ 3 ਕੰਮ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਕਿ ਸਰਕਾਰ ਨੇ ਕੀਤੇ ਆ, ਪਹਿਲ ਦੇ ਆਧਾਰ ਤੇ ਕਿਹੜੇ ਉਹ ਕੰਮ ਹੋਣਗੇ, ਕਿਹੜੇ ਉਹ ਮੁੱਦੇ ਹੋਣਗੇ ਕਿ ਅਸੀਂ 5 ਸਾਲ 'ਚ ਇਹ ਕੀਤਾ ਵਾ ਔਰ ਇਸ ਕਰਕੇ 2022 ਚ ਸਾਨੂੰ ਵਾਪਸੀ ਕਰੋ? ਦੇਖੋ ਮੈਂ ਤਾਂ ਤੁਹਾਡੇ ਸਾਹਮਣੇ ਆਪਣੀਆਂ ਅਚੀਵਮੈਂਟਾਂ, ਮੈਂ ਤਾਂ ਆਪਣੇ ਡਿਪਾਰਟਮੈਂਟ ਦੀ ਗੱਲ ਕਰ ਸਕਦਾ, ਮੈਂ ਤੁਹਾਨੂੰ ਦੱਸੀਆਂ, ਔਰ ਮੇਨ ਸਾਡਾ ਮਾਈਨਿੰਗ ਦਾ ਮੁੱਦਾ ਵੀ ਇੱਕ ਬਣੂਗਾ ਜਿਹੜਾ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ ਕਿ ਇਹਨਾਂ ਨੇ ਇਸ ਸਰਕਾਰ ਦੇ ਵਿੱਚ 10 ਸਾਲਾਂ ਦੇ ਵਿੱਚ 400 ਕਰੋੜ ਨਹੀਂ ਜਿਹੜਾ ਪੂਰਾ ਕੀਤਾ, ਅਸੀਂ ਸਾਲ ਦੇ ਵਿੱਚ 300 ਕਰੋੜ ਨੂੰ ਜਿਹੜਾ ਪਹੁੰਚ ਗਏ ਆ। ਔਰ ਇਹ ਬੜਾ ਵੱਡੀ ਗੱਲ ਆ ਕਿ ਉਹ ਸਾਡਾ ਬਾਕੀ ਜਿਹੜਾ ਪੈਸਾ ਬਣਦਾ ਸੀ ਉਹ ਕੌਣ ਖਾ ਗਿਆ, ਕਿੱਥੇ ਗਿਆ, ਉਹ ਕਿਹੜੇ ਲੋਕ ਸੀ ਜਿਹੜਾ ਸਰਕਾਰ ਦਾ 2100-2200 ਕਰੋੜ ਹੋਰ ਬਣਦਾ ਸੀ ਉਹ ਕਿੱਧਰ ਗਿਆ। ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ। ਅੱਛਾ, ਮੈਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਇੰਟਰਵਿਊ ਕਰ ਰਿਹਾ ਸੀ, ਉਹ ਕਹਿੰਦੇ ਕਿ ਮੇਰੇ ਮਹਿਕਮੇ 'ਚ ਇੰਨੀ ਸਿਰਦਰਦੀ ਹੈ ਕਿ ਅਗਰ 2022 ਚ ਕਾਂਗਰਸ ਦੀ ਸਰਕਾਰ ਬਣੀ, ਮੈਂ ਮੁੱਖ ਮੰਤਰੀ ਨੂੰ ਕਹੂੰਗਾ ਫਾਈਨਾਂਸ ਮਿਨਿਸਟਰ ਮੈਨੂੰ ਨਾ ਬਣਾਓ। ਤੁਸੀਂ ਆਪਣੇ ਮਹਿਕਮਿਆਂ ਤੋਂ ਖੁਸ਼ ਹੋ ਕਿ ਅਗਰ 2022 ਤੁਹਾਡੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਨੂੰ ਕਹੋਗੇ ਕਿ ਇਹੀ ਮਹਿਕਮੇ ਦੇ ਦਿਓ? ਨਹੀਂ, ਇਹ ਤੇ ਮੁੱਖ ਮੰਤਰੀ ਸਾਹਿਬ ਦੀ ਮਰਜ਼ੀ ਹੈ, ਪਰ ਮੈਂ ਸੈਟੀਸਫਾਈਡ ਹਾਂ, ਮੈਂ ਆਪਣੇ ਕੰਮ ਨਾਲ ਵੀ ਸੈਟੀਸਫਾਈਡ ਹਾਂ, ਆਪਣੇ ਡਿਪਾਰਟਮੈਂਟ ਨਾਲ ਵੀ ਸੈਟੀਸਫਾਈਡ ਹਾਂ, ਆਪਣੀਆਂ ਜਿਹੜੀਆਂ ਡਿਪਾਰਟਮੈਂਟ ਦੀਆਂ ਅਚੀਵਮੈਂਟਾਂ ਉਹਨਾਂ ਨਾਲ ਵੀ ਸੈਟੀਸਫਾਈਡ ਹਾਂ। ਧੰਨਵਾਦ। ਤਾਂ ਏਜੰਡਾ ਪੰਜਾਬ ਦੇ ਵਿੱਚ ਖਾਸ ਮਹਿਮਾਨ ਸੁਖਵਿੰਦਰ ਸਿੰਘ ਸਰਕਾਰੀਆ ਹੋਰੀ ਜੁੜੇ, ਉਹਨਾਂ ਨੇ ਆਪਣੇ ਮਹਿਕਮੇ ਨੂੰ ਲੈ ਕੇ ਔਰ ਨਾਲ ਹੀ ਨਾਲ ਵਿਰੋਧੀਆਂ ਦੇ ਜੋ ਸਵਾਲ ਸੀਗੇ ਉਹਨਾਂ ਸਵਾਲਾਂ ਦੇ ਵੀ ਜਵਾਬ ਬੜੇ ਬੇਬਾਕੀ ਨਾਲ ਦਿੱਤੇ। ਔਰ ਨਿਊਜ਼ 18 ਤੇ ਖਬਰਾਂ ਦਾ ਸਿਲਸਿਲਾ ਜਾਰੀ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।